ਵੈਲਕਮ ਟੂ ਆਰਡੀਐਸ ਲੀਗਲ। ਅੱਜ ਅਸੀਂ ਬਾਰ ਕੌਂਸਲ ਆਫ ਇੰਡੀਆ ਦਾ ਜੋ 6th ਐਗਜ਼ਾਮ ਹੈ 2014 'ਚ ਹੋਇਆ ਉਸ ਨੂੰ ਡਿਸਕਸ ਕਰਾਂਗੇ। ਜੋ ਇਸ ਦਾ ਫਸਟ ਕੁਐਸਚਨ ਹੈ, ਦੀ ਕ੍ਰਿਮੀਨਲ ਪ੍ਰੋਸੀਜਰ ਕੋਡ ਇਨਸ਼ੋਰਸ ਦੈਟ, ਜੋ ਏ ਆਪਸ਼ਨ ਹੈ, ਪ੍ਰਿੰਸੀਪਲ ਸੈਪਰੇਸ਼ਨ ਆਫ ਪਾਵਰਸ ਆਫ ਈਚ ਲਿੰਬ ਆਫ ਦੀ ਸਟੇਟ ਇਜ਼ ਨਾਟ ਬ੍ਰੀਚਡ। ਬੀ ਹੈ, ਪ੍ਰਿੰਸੀਪਲ ਆਫ ਕੰਬਾਈਨਡ ਆਫ ਪਾਵਰ ਆਫ ਈਚ ਲਿੰਬ ਆਫ ਦੀ ਸਟੇਟ ਇਜ਼ ਨਾਟ ਬ੍ਰੀਚਡ। C, A and B. D, principle of separation of power of each limb of the state is breached। ਜੋ ਇਸ ਦੀ B ਆਪਸ਼ਨ ਵੀ ਗਲਤ ਹੈ ਕਿਉਂਕਿ ਇਹ ਕੰਬਾਈਨਡ ਕਰਨ ਦੀ ਗੱਲ ਨਹੀਂ ਕਰਦਾ ਹੈ, ਤੋ ਇਹ C ਆਪਸ਼ਨ ਵੀ ਇਸ ਕਰਕੇ ਗਲਤ ਹੋ ਜਾਂਦੀ ਹੈ। ਅਤੇ ਸਟੇਟ ਜਿਹੜੀਆਂ ਆਪਣੀਆਂ ਲਿੰਬਸ ਆ ਉਹਨਾਂ ਨੂੰ ਸੈਪਰੇਸ਼ਨ ਨੂੰ ਬਰੀਚ ਕਰਨ ਦੀ ਤਾਂ ਜਿਹੜੀ ਗੱਲ ਹੀ ਨਹੀਂ ਕਰਦਾ ਹੈਗਾ ਇਹ। ਸੋ ਇਸ ਦੀ ਜੋ ਰਾਈਟ ਆਪਸ਼ਨ ਹੈ ਉਹ ਹੈ A। जो नेक्स्ट है सैक्शन 6 ऑफ दी CRPC डिफाइन, जो सैक्शन 6 है CRPC का वो करता है गल साडी क्लासिस ऑफ क्रिमिनल कोर्ट्स दी। इसका आंसर है ए। वैन एन अफेंस इज बेलेबल, अ परसन हैज़ नो राइट टू बी रिलीज ऑन बेल अपॉन अरेस्ट, ए नॉन बेलेबल अफेंस है। बी है, अ परसन हैज़ अ राइट टू बी रिलीजड ऑन बेल अपॉन अरेस्ट। ਇਸ ਦਾ ਰਾਈਟ ਆਂਸਰ ਹੈ ਬੀ, ਜਿਨ੍ਹਾਂ ਕੇਸਿਸ ਦੇ ਵਿੱਚ ਪਰਸਨ ਨੂੰ ਬੇਲ ਦਾ ਅਧਿਕਾਰ ਹੁੰਦਾ ਹੈ। ਜੋ ਨੈਕਸਟ ਫੋਰਥ ਕੁਐਸਚਨ ਹੈ, ਐਜ਼ ਪਰ ਸੈਕਸ਼ਨ 273 ਆਫ ਦੀ CRPC ਹਾਊ ਐਨ ਐਵੀਡੈਂਸ ਇਜ਼ ਟੂ ਬੀ ਟੇਕਨ। ਜੋ ਫੋਰਥ ਹੈ ਉਸ ਦਾ ਆਂਸਰ ਹੈ ਏ ਹੈ, ਜੋ ਇਸ ਦੀ ਆਪਸ਼ਨ ਇਨ ਦੀ ਪ੍ਰੈਸੈਂਸ ਆਫ ਦੀ ਅਕਿਊਜ਼ਡ, ਇਹ ਵੀ ਸਹੀ ਹੈ। ਬੀ ਹੈ, ਵੈਨ ਪਰਸਨਲ ਅਟੈਂਡੈਂਸ ਆਫ ਦੀ ਅਕਿਊਜ਼ਡ ਇਜ਼ ਡਿਸਪੈਂਸ ਵਿਦ ਇਨ ਦੀ ਪ੍ਰੈਜੈਂਸ ਆਫ ਹਿਜ਼ ਪਲੀਡਰ, ਇਹ ਵੀ ਸਹੀ ਹੈ। ਸੀ ਹੈ, ਇਨ ਦੀ ਪ੍ਰੈਜੈਂਸ ਆਫ ਪੁਲਿਸ, ਇਹ ਗਲਤ ਹੈ। ਐਂਡ ਡੀ ਹੈ, ਬੋਥ ਏ ਐਂਡ ਬੀ। ਸੋ ਇਸ ਦਾ ਰਾਈਟ ਆਂਸਰ ਹੈ ਡੀ। ਜੋ ਫਿਫਥ ਕੁਐਸਚਨ ਹੈ, ਇਫ ਅ ਵੂਮਨ ਸੈਂਟੈਂਸ ਟੂ ਡੈਥ ਇਜ਼ ਫਾਊਂਡ ਟੂ ਬੀ ਪ੍ਰੈਗਨੈਂਟ, ਦੀ ਹਾਈ ਕੋਰਟ ਸ਼ੈਲ ਆਰਡਰ ਦੀ ਐਗਜ਼ੀਕਿਊਸ਼ਨ ਆਫ ਦੀ ਸੈਂਟੈਂਸ ਟੂ ਬੀ ਪੋਸਟਪੋਨ ਇਫ ਥਿੰਗਸ ਫਿਟ ਕਮਿਊਟ ਦੀ ਸੈਂਟੈਂਸ ਟੂ imprisonment for right a life, sentence a sent for medical assistance, D non judicial mandate of powers। ਸੋ ਇਸ ਦਾ ਰਾਈਟ ਆਂਸਰ ਹੈ ਬੀ, ਜੇ ਉਹਨਾਂ ਨੂੰ ਲੱਗਦਾ ਤਾਂ ਜਿਹੜੀ ਇੰਪ੍ਰਿਜ਼ਨਮੈਂਟ ਆ ਉਹਨੂੰ ਲਾਈਫ ਦੇ ਵਿੱਚ ਚੇਂਜ ਕੀਤਾ ਜਾ ਸਕਦਾ। ਸਿਕਸਥ ਕੁਐਸਚਨ ਹੈ, ਅੰਡਰ which section of the CRP the procedure when investigation cannot be completed within 24 hours has been described। ਇੱਕ ਡਿਸਕ੍ਰਾਈਬਡ ਕੀਤਾ ਗਿਆ ਆ ਸਾਡੇ ਸੈਕਸ਼ਨ 167 ਦਾ, ਜੋ ਕਿ ਇੱਕ ਬਹੁਤ ਇੰਪੋਰਟੈਂਟ ਸੈਕਸ਼ਨ ਹੈ। ਸੋ ਇਹ ਆਪਸ਼ਨ ਦੇ ਵਿੱਚ ਹੈ 167 1 ਇਹ ਬੀ ਦੇ ਵਿੱਚ, ਜੋ ਕਿ ਸਾਡੀ ਡਿਫੋਲਟ ਬੇਲ ਦੇ ਨਾਲ ਵੀ ਡੀਲ ਕਰਦਾ ਹੈ। ਨੈਕਸਟ ਕੁਐਸਚਨ ਹੈ 7, ਵਟ ਇਜ਼ ਪ੍ਰੋਵਾਈਡਡ ਬਾਈ ਦੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973। ਇਹ ਆਪਸ਼ਨ ਹੈ, the code provide the procedure for the implementation of the criminal justice system, ਇਹ ਵੀ ਠੀਕ ਹੈ। B, it provide the mechanism for the investigation into trial of offences, ਇਹ ਵੀ ਠੀਕ ਹੈ, ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਦੱਸਦਾ ਆ। C ਹੈ, the code provide the procedure for the implementation of the civil justice system, ਇਹ ਗਲਤ ਹੈ ਕਿਉਂਕਿ ਸਾਡੇ ਜੋ CRPC ਹੈ ਉਹ ਮੇਨਲੀ ਜੋ ਸਾਡੇ ਕ੍ਰਿਮੀਨਲ ਪ੍ਰੋਸੀਜਰ ਦੇ ਨਾਲ ਡੀਲ ਕਰਦੀ ਹੈ। ਸੋ ਜੋ ਇਸ ਦਾ ਰਾਈਟ ਆਂਸਰ ਹੈ ਉਹ ਹੈ ਡੀ, ਏ ਐਂਡ ਬੀ। ਨੈਕਸਟ ਸਾਡਾ 8 ਕੁਐਸਚਨ, ਐਜ਼ ਪਰ ਸੈਕਸ਼ਨ 2C ਆ ਕੋਗਨੀਜ਼ੇਬਲ ਅਫੈਂਸ ਇਜ਼ ਵੇਅਰ ਅ ਪੁਲਿਸ ਆਫਸਰ ਮੇ ਅਰੈਸਟ ਵਿਦਾਊਟ ਵਾਰੰਟ। ਸੋ ਜੋ 8 ਹੈ ਸਾਡਾ ਉਸ ਦੀ ਏ ਹੀ ਆਪਸ਼ਨ ਠੀਕ ਹੈ ਕਿ ਜਿੱਥੇ ਜੋ ਪੁਲਿਸ ਆਫਸਰ ਹੈ ਉਹ ਬਿਨਾਂ ਵਾਰੰਟ ਤੋਂ ਕਿਸੇ ਨੂੰ ਅਰੈਸਟ ਕਰ ਸਕਦਾ ਹੈ। ਨੈਕਸਟ ਸੈਕਸ਼ਨ 100 ਆਫ ਦੀ CRPC ਰੈਫਰ ਟੂ, ਜੋ ਸੈਕਸ਼ਨ 100 ਆ CRPC ਦਾ ਉਹ ਸਰਚ ਨੂੰ ਲੈ ਕੇ ਡੀਲ ਕਰਦਾ ਹੈ। ਨੈਕਸਟ ਸਾਡਾ ਜੋ 10th ਕੁਐਸਚਨ ਹੈ, ਇਜ਼ ਦੇਅਰ ਐਨੀ ਮੈਕਸੀਮਮ ਪੀਰੀਅਡ ਫॉर ਵਿਚ ਐਨ ਅੰਡਰ ਟਰਾਇਲ ਕੈਨ ਬੀ ਡਿਟੇਨਡ ਅੰਡਰ ਸੈਕਸ਼ਨ 436A ਆਫ ਦੀ CRPC। ਯੈਸ, ਉਹ ਜੋ ਪਰਸਨ ਹੈ ਆਪਣੀ ਜਿਹੜੀ ਕ੍ਰਾਈਮ ਦੇ ਲਈ ਉਸਨੂੰ ਅੰਦਰ ਰੱਖਿਆ ਗਿਆ ਉਸ ਦੀ ਹਾਫ ਪਨਿਸ਼ਮੈਂਟ ਹੈ, ਜੇਕਰ ਉਹ ਕੰਪਲੀਟ ਕਰ ਲੈ ਤਾਂ ਉਸਨੂੰ ਇਹ ਜੋ ਸਾਡੇ ਅੰਡਰ ਟਰਾਇਲ ਆ ਉਹਨਾਂ ਨੂੰ 336A ਦੇ ਅੰਡਰ ਬੇਲ ਮਿਲ ਸਕਦੀ ਹੈ। ਸੋ ਇਸ ਦਾ ਰਾਈਟ ਆਂਸਰ ਹੈ ਏ। 11th है, presumption of law is
ਜੋ ਪ੍ਰਜ਼ੰਪਸ਼ਨ ਆਫ ਲਾਅ ਹੈ ਉਹ ਕੀ ਹੈ? ਸੋ ਇਸ ਦਾ ਰਾਈਟ ਆਂਸਰ ਹੈ ਉਹ ਹੈ ਸੀ, ਮੈਂਡੇਟਰੀ ਐਂਡ ਇਰਰਿਵਰਟੇਬਲ। ਸੋ ਪ੍ਰਜ਼ੰਪਸ਼ਨ ਆਫ ਲਾਅ ਇਰਰਿਵਰਟੇਬਲ ਕਿੱਦਾਂ ਨਹੀਂ ਹੈ, ਕਿਉਂਕਿ ਜਿੱਥੇ ਲਾਅ ਮੰਨਦਾ ਹੈ, ਜਿਸ ਤਰ੍ਹਾਂ ਕਿ ਆਪਾਂ ਸੈਕਸ਼ਨ 82 ਲਈਏ IPC ਦਾ, ਕਿ ਲਾਅ ਮੰਨਦਾ ਹੈ ਕਿ 7 ਸਾਲ ਤੋਂ ਘੱਟ ਦਾ ਬੱਚਾ ਕੋਈ ਕ੍ਰਾਈਮ ਨਹੀਂ ਕਰ ਸਕਦਾ ਹੈ, ਅਤੇ ਉਸ ਨੂੰ ਆਪਾਂ ਰਿਵਰਟ ਵੀ ਨਹੀਂ ਕਰ ਸਕਦੇ, ਇਹ ਨਹੀਂ ਪ੍ਰੂਵ ਕਰ ਸਕਦੇ ਨਹੀਂ 7 ਸਾਲ ਤੋਂ ਘੱਟ ਦਾ ਬੱਚਾ ਹੈ ਜੋ ਕ੍ਰਾਈਮ ਕਰ ਸਕਦਾ ਹੈ। ਇਸ ਲਈ ਜਿਹੜੀ ਪ੍ਰਜ਼ੰਪਸ਼ਨ ਆਫ ਲਾਅ ਆ ਉਹ ਹਮੇਸ਼ਾ ਮੈਂਡੇਟਰੀ ਅਤੇ ਇਰਰਿਵਰਟੇਬਲ ਹੋਵੇਗੀ। ਜੋ in Selvi's case, the Supreme Court of India examined the constitutionality of tests like narco-analysis, polygraph and brain mapping on the touchstones of। ਸੋ ਇਹ ਸਾਡਾ ਡੀਲ ਕਰਦਾ ਹੈ ਸੈਲਫ ਇੰਕਰੀਮੇਸ਼ਨ ਦੇ ਨਾਲ, ਆਰਟੀਕਲ 20 ਅਤੇ ਸਬ ਆਰਟੀਕਲ 3 ਅਤੇ ਸਾਡਾ ਆਰਟੀਕਲ 21। ਇਹ ਸੈਲਵੀ ਵਾਲਾ ਜੋ ਕੇਸ ਹੈ ਕਈ ਵਾਰ ਆ ਚੁੱਕਾ ਹੈ IAIB ਦੇ ਐਗਜ਼ਾਮ ਦੇ ਵਿੱਚ। ਨੈਕਸਟ ਸਾਡਾ 13 ਕੁਐਸਚਨ ਹੈ, ਅਕੋਰਡਿੰਗ ਟੂ ਦੀ ਲਾਅ ਕਮਿਸ਼ਨ ਆਫ ਇੰਡੀਆ 69th ਦੀ ਰਿਪੋਰਟ ਸੈਕਸ਼ਨ 27 ਆਫ ਦੀ ਇੰਡੀਅਨ ਐਵੀਡੈਂਸ ਐਕਟ ਇਜ਼ ਬੇਸਡ ਔਨ। ਸੋ ਸਾਡਾ ਜਿਹੜਾ ਸੈਕਸ਼ਨ 27 ਆ, ਜਿੱਥੇ ਪੁਲਿਸ ਅਕਿਊਜ਼ ਤੋਂ ਇਨਫੋਰਮੇਸ਼ਨ ਲੈ ਕੇ ਇਨਵੈਸਟੀਗੇਸ਼ਨ ਦੇ ਵਿੱਚ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਦੀ ਹੈ, ਸੋ ਇਹ ਸਾਡੀ ਡਾਕਟਰਿਨ ਆਫ ਕਨਫਰਮੇਸ਼ਨ ਦੇ ਨਾਲ ਡੀਲ ਕਰਦਾ ਹੈ। ਨੈਕਸਟ ਹੈ ਸਾਡਾ 14, Section 99 of the Evidence Act says person who are not parties to a document or their representative in interest may give evidence of any fact tending to show a contemporaneous agreement varying the terms of the document. This is based on the principle। ਜੋ ਇਹ ਸਾਡਾ ਪ੍ਰਿੰਸੀਪਲ ਨਾਲ ਬੇਸ ਕਰਦਾ ਹੈ ਪੈਕਟਾ ਇਟੈਰਿਟੀ ਨੈਕ ਨੌਨਸੈਂਟ ਨੈਕ ਪ੍ਰੋਸੈਂਟ, ਮਤਲਬ ਕਿ ਜਿਹੜੀਆਂ ਪਾਰਟੀਜ਼ ਆ ਟ੍ਰੀਟੀ ਦੇ ਨਾਲ ਬਾਈਂਡ ਹੁੰਦੀਆਂ ਆ, ਅਤੇ ਉਹੀ ਪਾਰਟੀਆਂ ਜਿਹੜੀਆਂ ਆਪਣੀ ਟ੍ਰੀਟੀ ਨੂੰ ਲੈ ਕੇ ਉਸ ਚੀਜ਼ ਲਈ ਬਾਈਂਡ ਰਹਿਣਗੀਆਂ, ਉਹਨਾਂ ਦੇ ਅਗੇਂਸਟ ਇਨਫੋਰਸਮੈਂਟ ਹੋਵੇਗੀ। ਨੈਕਸਟ ਸਾਡਾ 15 ਕੁਐਸਚਨ ਹੈ, ਬਰਡਨ ਆਫ ਪ੍ਰੂਵਿੰਗ ਦੈਟ ਪਰਸਨ ਇਜ਼ ਅਲਾਈਵ ਹੂ ਹੈਜ਼ ਨਾਟ ਬੀਨ ਹਰਡ ਆਫ ਅ 7 year ਇਜ਼ ਔਨ ਹੂਮ। ਜੋ ਬਰਡਨ ਆਫ ਪ੍ਰੂਫ ਉਹਦੇ 'ਤੇ ਹੀ ਹੋਊਗਾ ਜੋ ਪਰਸਨ ਕਹਿੰਦਾ ਪਿਆ ਕਿ ਹਾਂ ਭਾਈ ਉਹ ਪਰਸਨ ਅਲਾਈਵ ਹੈ, ਸੋ ਉਸ ਨੂੰ ਹੀ ਇਹ ਪ੍ਰੂਵ ਕਰਨਾ ਪਵੇਗਾ ਕਿ ਉਹ 7 ਸਾਲਾਂ ਤੋਂ ਮੈਂ ਉਸ ਨੂੰ ਮਿਲਿਆ ਦੇਖਿਆ ਜਾਂ ਉਸ ਨੂੰ ਹੋਰ ਕੋਈ ਖਬਰ ਮਿਲੀ ਕਿ ਉਹ ਜਿੰਦਾ ਹੈ, ਅਤੇ ਜੋ ਅਫਰਮ ਕਰ ਰਿਹਾ ਕਿ ਉਹ ਅਲਾਈਵ ਆ ਉਸ 'ਤੇ ਹੀ ਬਰਡਨ ਆਫ ਪ੍ਰੂਫ ਇਸ ਚੀਜ਼ ਦਾ ਹੋਵੇਗਾ, ਕਿਉਂਕਿ ਲੋਕ ਪ੍ਰਜ਼ਿਊਮ ਕਰਦਾ ਹੈ ਜੇ 7 ਸਾਲਾਂ ਤੋਂ ਆਪਾਂ ਕਿਸੇ ਇਨਸਾਨ ਨੂੰ ਨਹੀਂ ਸੁਣਿਆ ਅਤੇ ਉਹ ਡੈਡ ਹੈ। 16 ਜੋ ਹੈ, the court's discretion to permit leading question is confined only to matter which are introductory fact। ਸੋ ਅਸੀਂ ਲੀਡਿੰਗ ਕੁਐਸਚਨ ਇੰਟਰੋਡਕਟਰੀ ਫੈਕਟ ਜਦੋਂ ਆਪਾਂ ਫੈਕਟ ਨੂੰ ਇੰਟਰੋਡਿਊਸ ਕਰਨਾ ਉਹ 'ਚ ਵੀ ਕਰ ਸਕਦੇ ਹਾਂ, ਅਨਡਿਸਪਿਊਟਡ ਫੈਕਟ ਇਹ 'ਚ ਵੀ ਕਰ ਸਕਦੇ ਹਾਂ, ਫੈਕਟ ਆਲਰੇਡੀ ਸਫੀਸ਼ੀਐਂਟ ਪ੍ਰੂਵ ਟੂ ਵੀ ਸੈਟਿਸਫੈਕਸ਼ਨ ਆਫ ਦੀ ਕੋਡ। ਸੋ ਜੋ ਆਲਰੇਡੀ ਪ੍ਰੂਵਡ ਆ ਉੱਤੇ ਵੀ ਠੀਕ ਆ ਆਪਾਂ ਪੁੱਛ ਸਕਦੇ ਹਾਂ, ਅਤੇ ਸੋ ਇਸ ਦਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ D। ਨੈਕਸਟ ਸਾਡਾ 17 ਕੁਐਸਚਨ ਹੈ ਜੋ The question is whether a murdered bee marks on the ground produced by struggle at or near the place where the murder was committed are relevant fact under। ਸੋ ਜਿਹੜੇ ਇਹ ਰੈਲੀਵੈਂਟ ਕਰਦੇ ਆ ਸਾਡੀਆਂ ਸੇਮ ਟ੍ਰਾਂਜੈਕਸ਼ਨ ਦੇ ਅੰਡਰ। ਸੋ ਜਿਹੜਾ ਆਪਣਾ ਸੈਕਸ਼ਨ 6 ਦਾ ਹੀ ਅਗਲਾ ਪਾਰਟ ਹੈ, ਸੋ ਇਹ ਸੈਕਸ਼ਨ 7 ਦੇ ਨਾਲ ਡੀਲ ਕਰਦਾ ਹੈ। ਨੈਕਸਟ ਸਾਡਾ ਜੋ 18 ਕੁਐਸਚਨ ਹੈ, Section 93 of the Indian Evidence Act treats the patent ambiguity is। ਸੋ ਇਹ ਪਹਿਲਾਂ ਵੀ ਆ ਚੁੱਕਾ ਹੈ ਇਹ ਵਾਲਾ ਕੁਐਸਚਨ, ਜੋ ਇਸ ਤਰ੍ਹਾਂ ਦੀ ਐਂਬੀਗਿਊਟੀ ਹੈ ਪੇਟੈਂਟ ਨੂੰ ਲੈ ਕੇ ਆਉਂਦੀ ਆ ਉਹ ਇਨਕਿਉਰੇਬਲ ਹੈ। ਜੋ 90 ਹੈ, A promise or set of promises forming consideration for each other is known as। ਸੋ ਇਹ ਸਾਡੀ ਜੋ ਡੈਫੀਨੇਸ਼ਨ ਹੀ ਹੈ ਐਗਰੀਮੈਂਟ ਦੀ, ਸੋ ਇਸ ਦਾ ਆਨਸਰ ਹੈ C। ਆ ਪਾਸਟ ਕੰਸਟੀਟਿਊਸ਼ਨ ਅੰਡਰ ਇੰਡੀਅਨ ਲਾਅ, ਜੋ ਪਾਸਟ ਕੰਸਟੀਟਿਊਸ਼ਨ ਹੈ ਇੰਡੀਅਨ ਲਾਅ ਦੇ ਅੰਡਰ ਉਹ ਹੈ ਵੈਲਿਡ। ਕੈਪੀਟਲ ਐਂਪਟਰ ਜੋ ਇਹ ਹੈਗਾ ਸਾਡਾ ਕੰਜ਼ਿਊਮਰ, ਇਹ ਜੋ ਆਪਾਂ ਚੀਜ਼ਾਂ ਬਾਏ ਕਰਦੇ ਉਸ ਚੀਜ਼ ਨਾਲ ਲੈ ਕੇ ਹੈ, ਜਿਹੜਾ ਆਪਣਾ ਹੁੰਦਾ ਆ ਕੀ ਕਹਿੰਦੇ ਹੁੰਦੇ ਆ ਵਾਇਰ ਵੀ ਅਵੇਅਰ, ਯਾਨੀ ਪ੍ਰੋਸੀਜਰ ਵੀ ਅਵੇਅਰ। ਇਸ ਦਾ ਰਾਈਟ ਆਂਸਰ ਹੈ ਇਹ।
ਕੌਨਸ਼ੀਅਸ ਐਡ ਇਡਮ ਮੀਨਸ, ਇਸ ਦਾ ਮਤਲਬ ਹੁੰਦਾ ਹੈ ਮੀਟਿੰਗ ਆਫ ਮਾइंड। ਇਸ ਦਾ ਆਂਸਰ ਹੈ ਡੀ। 23rd ਹੈ ਐਗਰੀਮੈਂਟ ਇਨ ਸਟੇਨ ਆਫ ਮੈਰਿਜ ਇਜ਼, ਜੋ ਐਗਰੀਮੈਂਟ ਆਪਾਂ ਮੈਰਿਜ ਦੇ ਸਟੇਨ ਲਾਉਣਾ ਅਕੋਰਡਿੰਗ ਟੂ ਜੋ ਸਾਡਾ ਕੰਟਰੈਕਟ ਐਕਟ ਹੈ ਉਹਦੇ ਅਕੋਰਡਿੰਗ ਇਹ ਵੋਇਡ ਹੈ। 24th question, A tells B the shopkeeper give Z the goods, I will see you paid, this contract is, ਜੋ ਇਸ ਤਰ੍ਹਾਂ ਦੇ ਕੰਟਰੈਕਟ ਹੁੰਦੇ ਹੈ ਉਹ ਹੁੰਦੇ ਆ indemnity। 25th question ਹੈ a contract to perform the promise or discharge the liability of third person in case of his default is the contract of, ਜੋ ਇਸ ਤਰ੍ਹਾਂ ਦਾ ਕੰਟਰੈਕਟ ਹੁੰਦਾ ਹੈ ਉਹ ਹੁੰਦਾ ਹੈ ਗਰੰਟੀ, ਕਿ ਮੈਂ ਇਸ ਇਨਸਾਨ ਦੀ ਗਰੰਟੀ ਦਿੰਦਾ ਜੇਕਰ ਕੋਈ ਡਿਫੋਲਟ ਕਰਦਾ ਤਾਂ ਉਹਦੀ ਜਗ੍ਹਾ ਮੈਂ ਪੇ ਕਰੂੰਗਾ। 26 ਹੈ ਜੋ he who does an act through another does it himself is a contract of, ਜੋ ਇਸ ਤਰ੍ਹਾਂ ਦਾ ਕੰਟਰੈਕਟ ਹੁੰਦਾ ਹੈ ਇਹ ਹੁੰਦਾ ਏਜੰਸੀ, ਜਿੱਥੇ ਕਿ ਉਸ ਇਨਸਾਨ ਦੇ ਬਿਹਾਫ 'ਤੇ ਕੋਈ ਹੋਰ ਪਰਸਨ ਐਕਟ ਕਰਦਾ ਪਿਆ ਆ। 27 when at the desire of the promiser the promisee or any other person has done or abstain from doing something or does or abstain from doing something or promises to do or abstain from doing something, such act or abstinence or promise is called a consideration। so ਇਹ consideration ਦੀ ਪਰਿਭਾਸ਼ਾ ਹੈ। X owes Y rupees 20,000 what this debt is barred by limitation act, X execute a written promise to pay B rupees 15,000 on account of debt, this is a valid, ਕਿਉਂਕਿ ਇੱਥੇ ਨਿਊ ਜਿਹੜਾ ਸਾਡਾ ਕੰਟਰੈਕਟ ਆ ਉਸ ਤੋਂ ਹੀ ਰਾਈਜ਼ ਹੋ ਗਿਆ ਹੈ। 29 when a negotiable instrument is delivered conditionally or for a special purpose as a collateral security or for safe custody only and not for the purpose of transferring absolutely property therein is called, it is called, ਸੋ ਇਹ ਇਸ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਦੇ ਵਿੱਚ ਜਿੱਥੇ ਆਪਾਂ ਸਿਕਿਉਰਿਟੀ ਪਰਪਸ ਦੇ ਲਈ ਕੋਈ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਦਿੰਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਚੈੱਕ ਵੀ ਐਜ਼ ਇਹ ਸਿਕਿਉਰਿਟੀ ਪਰਪਸ ਦੇ ਲਈ ਕਈ ਵਾਰ ਦੇ ਦਿੰਦੇ ਹਾਂ, ਤਾਂ ਇਸ ਤਰ੍ਹਾਂ ਦੀਆਂ ਜੋ ਟ੍ਰਾਂਜੈਕਸ਼ਨ ਨੂੰ ਐਸਕਰੋ ਕਿਹਾ ਜਾਂਦਾ ਕਿ ਆਪਾਂ ਕੋਈ ਸਿਕਿਉਰਿਟੀ ਪਰਪਸ ਦੇ ਲਈ ਦੇ ਰਹੇ ਹਾਂ ਬਟ ਸਾਡੀ ਇੰਟੈਂਸ਼ਨ ਉਹਨਾਂ ਨੂੰ ਡਿਲੀਵਰ ਕਰਨ ਦੀ ਨਹੀਂ ਹੈ ਪ੍ਰੋਪਰਟੀ। ਸੈਕਸ਼ਨ ਜੋ ਇਹ ਸੱਚ ਸਾਡਾ next 30 question है which one of the following is a promissory note when A sign the instrument, I promise to pay B or order rupees 10,000 on demand, जो इसका आंसर है वो यही है। नेक्स्ट है 31 ट्रांसफर ऑफ प्रॉपर्टी एक्ट अप्लाइज टू ट्रांसफर, जो जिस तरह के सानू पता ही है इंटरवाइवस ते अप्लाई होंदा है, मतलब बिटवीन लिविंग पर्सन। नेक्स्ट जो क्वेश्चन है वो भी ट्रांसफर प्रॉपर्टी जो है, ए ट्रांसफर प्रॉपर्टी ऑफ विच ही इज़ द ओनर टू बी इन ट्रस्ट फॉर ए and his attended wife successively for their lives। ਤੇ ਕਹਿੰਦਾ ਕਿ ਜੋ ਬੀ ਨੂੰ ਉਹ ਟਰਸਟ ਕਰ ਰਿਹਾ ਆ ਪ੍ਰੋਪਰਟੀ ਏ, ਕਿ ਜਿਹੜੀ ਇਹ ਗਾਂ ਏ ਤੇ ਉਹਦੀ ਜੋ ਇੰਟੈਂਡਡ ਵਾਈਫ ਆ, ਜੋ ਉਸ ਦੀ ਗਾਂ ਵਾਈਫ ਹੋਵੇਗੀ, ਅਤੇ ਉਹਨਾਂ ਨੂੰ ਇਹ ਵਾਲੀ ਪ੍ਰੋਪਰਟੀ ਉਹ ਡਿਲੀਵਰ ਹੋਵੇ, ਅਤੇ ਐਂਡ ਆਫਟਰ ਦੀ ਡੈਥ ਆਫ ਦੀ ਸਰਵਾਈਵਰ, ਅਤੇ ਉਹਨਾਂ ਤੋਂ ਬਾਅਦ ਜਿਹੜੀ ਇਹ ਪ੍ਰੋਪਰਟੀ ਆ ਉਹਨਾਂ ਦੇ ਜਿਹੜੇ ਵੱਡੇ ਸਨ ਨੂੰ ਉਹਨੂੰ ਚਲ ਜਾਵੇ, ਐਂਡ ਆਫਟਰ ਦੀ ਡੈਥ ਆਫ ਏਜ ਸੈਕੰਡ ਸਨ ਦੀ ਇੰਟਰਸਟ ਸੋ ਕ੍ਰੀਏਟਡ, ਜਦੋਂ ਇਹ ਮਰ ਜਾਵੇ ਅਤੇ ਸੈਕੰਡ ਸਨ ਮਰ ਜਾਵੇ ਅਤੇ ਉਹਦੇ ਵੱਡੇ ਸਨ ਨੂੰ ਚਲ ਜਾਵੇ। ਅਤੇ ਜਿਹੜਾ ਇਹ ਵਾਲਾ ਕੁਐਸਚਨ ਹੈ ਇਹ ਸਾਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸੈਕਸ਼ਨ 13 ਹੈ TPA ਦਾ ਉਹ ਸਮਝਣਾ ਪਵੇਗਾ, ਜਿੱਥੇ ਕਿ ਜਿਸ ਤਰ੍ਹਾਂ ਇਹ TPA ਦੇ ਵਿੱਚ ਜਾਣਦੇ ਹਾਂ ਜੋ ਪ੍ਰੋਪਰਟੀ ਆ ਉਹ ਸਿਰਫ ਇੰਟਰਵਾਈਵਸ ਦੇ ਵਿੱਚ ਯਾਨੀ ਕਿ ਬਿਟਵੀਨ ਲਿਵਿੰਗ ਪਰਸਨ ਦੇ ਵਿੱਚ ਹੀ ਅਸੀਂ ਉਹਨੂੰ ਟਰਾਂਸਫਰ ਕਰ ਸਕਦੇ ਹਾਂ, ਲੇਕਿਨ ਜਿੱਥੇ ਜਿਹੜਾ ਆਪਾਂ ਕਿਸੇ ਚਾਈਲਡ ਨੂੰ ਟਰਾਂਸਫਰ ਕਰਨੀ ਹੈ ਜਿਹੜਾ ਹਜੇ ਬੋਰਨ ਨਹੀਂ ਹੈਗਾ, ਅਤੇ ਉਸ ਕੇਸ ਦੇ ਵਿੱਚ ਕੀ ਹੋਵੇਗਾ ਕਿ ਅਸੀਂ ਸਿੱਧੀ ਜਿਹੜਾ ਹਜੇ ਚਾਈਲਡ ਬੋਰਨ ਹੀ ਨਹੀਂ ਹੈਗਾ, ਸਾਨੂੰ ਪਤਾ ਨਹੀਂ ਹੈਗਾ ਬੋਰਨ ਹੋਵੇਗਾ ਜਾਂ ਨਹੀਂ ਹੋਵੇਗਾ, ਅਸੀਂ ਉਸ ਦੇ ਨਾਲ ਸਿੱਧੀ ਜਿਹੜੀ ਪ੍ਰੋਪਰਟੀ ਟਰਾਂਸਫਰ ਨਹੀਂ ਕਰ ਸਕਦੇ। ਉਸ ਤੋਂ ਪਹਿਲਾਂ ਸਾਨੂੰ ਕਿਸੇ ਪਰਸਨ ਨੂੰ ਉਹ ਵਾਲੀ ਪ੍ਰੋਪਰਟੀ ਟਰਸਟ ਕਰਨੀ ਪੈਣੀ ਆ। ਸੋ ਜਦੋਂ ਬੀ ਨੂੰ ਟਰਸਟ ਕੀਤੀ ਆ ਪ੍ਰੋਪਰਟੀ ਉੱਥੇ ਤੱਕ ਤਾਂ ਠੀਕ ਹੈ। ਨੈਕਸਟ ਜਦੋਂ
ਕਿਹਾ ਗਿਆ ਕਿ ਜਿਹੜਾ ਉਹਨਾਂ ਦਾ ਸਨ ਹੋਵੇਗਾ ਉਸ ਨੂੰ ਜਿਹੜੀ ਜਾਵੇਗੀ ਪ੍ਰੋਪਰਟੀ ਉਸ ਤੋਂ ਬਾਅਦ। ਚਲੋ ਇੱਥੇ ਤੱਕ ਵੀ ਠੀਕ ਹੈ, ਟਰਸਟ ਹੋ ਗਈ। ਬਟ ਨੈਕਸਟ ਹੈ ਜੋ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਫਿਰ ਸਨ ਨੂੰ ਚਲ ਜਾਵੇਗੀ ਜਦੋਂ ਉਹ ਉਹਦੇ ਲਾਈਫ ਇੰਟਰਸਟ ਤੋਂ ਬਾਅਦ ਚਲ ਜਾਏਗੀ। ਜੋ ਸੈਕਸ਼ਨ 13 ਕਹਿੰਦਾ ਆ ਜਦੋਂ ਆਪਾਂ ਕਿਸੇ ਬੌਰਨ ਚਾਈਲਡ ਨੂੰ ਆਪਾਂ ਪ੍ਰੋਪਰਟੀ ਟਰਾਂਸਫਰ ਕਰਨੀ ਆ ਉਹ ਉਸ ਨੂੰ ਐਬਸਲਿਊਟ ਜਾਣੀ ਚਾਹੀਦੀ ਹੈ। ਸੋ ਇੱਥੇ ਐਬਸਲਿਊਟ ਨਹੀਂ ਜਾ ਰਹੀ, ਉਸ ਨੂੰ ਲਾਈਫ ਇੰਟਰਸਟ ਦੇ ਨਾਲ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਜੋ ਨੈਕਸਟ ਹੈ ਉਹ ਉਸ ਦੇ ਭਰਾ ਨੂੰ ਚਲ ਜਾਵੇਗੀ। ਸੋ ਇਸ ਲਈ ਜਿਹੜੀ ਇਸ ਤਰ੍ਹਾਂ ਦੀ ਟ੍ਰਾਂਜੈਕਸ਼ਨ ਹੈ ਇੱਥੇ ਇਹ ਇਨਵੈਲਿਡ ਹੋ ਜਾਂਦੀ ਹੈ ਅਤੇ ਇਸ ਦਾ ਕੋਈ ਵੀ ਇਫੈਕਟ ਨਹੀਂ ਹੋਵੇਗਾ। ਇਸ ਦਾ ਆਨਸਰ ਹੈ ਇਹ, ਡਸ ਨਾਟ ਟੇਕ ਇਫੈਕਟ। ਉਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਕਿ ਅਸੀਂ ਇੰਗਲਿਸ਼ ਡਾਕਟਰਾਈਨ ਪੜ੍ਹਦੇ ਹਾਂ ਕਿ ਕੋਈ ਵੀ ਪ੍ਰੋਪਰਟੀ ਆ ਉਹ ਬਿਨਾਂ ਟਾਈਟਲ ਤੋਂ ਨਹੀਂ ਰਹਿ ਸਕਦੀ ਹੈਗੀ। ਮਤਲਬ ਕਿ ਅਸੀਂ ਸਿੱਧਾ ਹੀ ਕਿਸੇ ਵੀ ਜੋ ਪਰਸਨ ਹੈ ਜੰਮਿਆ ਹੀ ਨਹੀਂ ਹੈਗਾ ਉਹਦੇ ਨਾਂ ਨਹੀਂ ਕਰ ਸਕਦੇ ਹੈਗੇ ਜਦ ਤੱਕ ਉਸ ਪਰਸਨ ਨੂੰ ਨਹੀਂ ਟਰਾਂਸਫਰ ਹੁੰਦੀ ਪ੍ਰੋਪਰਟੀ, ਅਸੀਂ ਉਹ ਕਿਸੇ ਨਾ ਕਿਸੇ ਦੇ ਨਾਂ ਹੋਣੀ ਜ਼ਰੂਰੀ ਹੈ। ਨੈਕਸਟ ਹੈ ਜੋ ਸਾਡਾ 33, ਏ ਟਰਾਂਸਫਰ ਆਫ ਐਨ ਇੰਟਰਸਟ ਇਨ ਸਪੈਸੀਫਿਕ ਇਮੂਵੇਬਲ ਪ੍ਰੋਪਰਟੀ ਫॉर the purpose of securing the payment of money advance or to be advanced by way of loan an existing or future debt or the performance of an engagement which may rise to a pecuniary liability is called a mortgage। ਜਦੋਂ ਆਪਾਂ ਆਪਣੀ ਕੋਈ ਇਸ ਚੀਜ਼ ਦੇ ਲਈ ਡੈਟ ਦੇ ਲਈ ਆਪਾਂ ਪ੍ਰੋਪਰਟੀ ਆ ਇਮੂਵੇਬਲ ਉਹਨੂੰ ਆਪਾਂ ਸਿਕਿਉਰਿੰਗ ਪੇਮੈਂਟ ਦੇ ਲਈ ਰੱਖਦੇ ਹਾਂ। ਨੈਕਸਟ ਹੈ ਜੋ ਸਾਡਾ 34, ਏ ਲੀਜ਼ ਆਫ ਇਮੂਵੇਬਲ ਪ੍ਰੋਪਰਟੀ ਫਰੋਮ ਈਅਰ ਟੂ ਈਅਰ ਔਰ ਫॉर ਐਨੀ ਟਰਮ ਐਕਸੀਡਿੰਗ 1 ਈਅਰ ਔਰ ਰਿਜ਼ਰਵਿੰਗ ਆ ਈਅਰਲੀ ਰੈਂਟ ਕੈਨ ਬੀ ਮੇਡ ਓਨਲੀ ਬਾਏ ਆ। ਸੋ ਜਿਹੜੀ ਸਾਡੀ 1 ਸਾਲ ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੋਊਗੀ ਲੀਜ਼ ਨੂੰ ਲੈ ਕੇ ਉਹ ਸਾਡੀ ਹਮੇਸ਼ਾ ਜਿਹੜੀ ਹੋਵੇਗੀ ਰਜਿਸਟਰਡ ਇੰਸਟਰੂਮੈਂਟ ਦੇ ਨਾਲ ਹੀ ਹੋਵੇਗੀ। ਨੈਕਸਟ ਹੈ ਸਾਡਾ 35, ਸਪੈਸੀਫਿਕ ਪਰਫੋਰਮੈਂਸ ਆਫ ਅ ਕੰਟਰੈਕਟ ਕੈਨ ਬੀ ਆਰਡਰਡ ਐਟ ਡਿਸਕ੍ਰਿਸ਼ਨ ਆਫ ਕੋਰਟ। ਇੱਕ ਹੈ ਸਾਡੀ ਆਪਸ਼ਨ ਵੈਨ ਦੀ ਐਕਟ ਐਗਰੀਡ ਟੂ ਬੀ ਡਨ ਇਜ਼ ਸੱਚ ਦੈਟ ਕੰਪਨਸੇਸ਼ਨ ਇਨ ਮਨੀ ਫॉर ਨੋਨ ਪਰਫੋਰਮੈਂਸ ਵਿਲ ਨਾਟ ਗਿਵ ਸਫੀਸ਼ੈਂਟ ਰਿਲੀਫ। ਸੋ ਜਿਹੜੀ ਸਾਡੀ ਸਪੈਸੀਫਿਕ ਪਰਫੋਰਮੈਂਸ ਆ ਅਸੀਂ ਉੱਥੇ ਹੀ ਇਹ ਗਰਾਂਟ ਕਰ ਸਕਦੇ ਜਿੱਥੇ ਸਾਨੂੰ ਲੱਗਦਾ ਕਿ ਉਸ ਚੀਜ਼ ਦਾ ਜਿਹੜਾ ਕੰਪਨਸੇਸ਼ਨ ਆ ਉਹ ਪੈਸੇ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਅਤੇ ਜਿਹੜਾ ਇਸ ਦਾ ਐਪੋਪਰੇਟ ਇਹਦੀ ਰੈਮਡੀ ਉਹੀ ਹੈ ਕਿ ਜੋ ਕੰਟਰੈਕਟ ਸੀਗਾ ਉਸ ਨੂੰ ਪਰਫੋਰਮ ਕੀਤਾ ਜਾਵੇ। ਸੋ ਇਸ ਦੀ ਜਿਹੜੀ ਆਪਸ਼ਨ ਹੈ ਉਹ ਇਹੀ ਸਹੀ ਹੈ। ਅੰਡਰ ਸੈਕਸ਼ਨ 9 ਆਫ ਦੀ ਸਪੈਸੀਫਿਕ ਰਿਲੀਫ ਐਕਟ ਦੀ ਪਰਸਨ ਅਗੇਂਸਟ whom ਦੀ ਰਿਲੀਫ ਇਜ਼ ਕਲੇਮਡ ਮੇ ਪਲੀਡ ਬਾਈ ਵੇ ਆਫ ਡਿਫੈਂਸ ਐਨੀ ਗਰਾਊਂਡ ਵਿਚ ਇਜ਼ ਅਵੇਲੇਬਲ ਟੂ ਹਿਮ। ਸੋ ਕੋਈ ਵੀ ਜਿਹੜੀ ਉਹਦੀ ਆਪਣੇ ਲੋਸ ਦੇ ਵਿੱਚ ਜਿਹੜੇ ਕੰਟਰੈਕਟ ਦੇ ਨਾਲ ਉਹ ਤੋਂ ਕੋਈ ਰੈਮਡੀ ਆ ਉਸ ਚੀਜ਼ ਨੂੰ ਪਲੀ ਕਰ ਸਕਦਾ ਹੈ ਅਜਿਹਾ ਪਰਸਨ ਸੈਕਸ਼ਨ 9 ਦੇ ਅੰਡਰ। ਸੋ ਇਸ ਦਾ ਰਾਈਟ ਆਨਸਰ ਹੈ ਬੀ। 37 ਹੈ ਜੋ ਸਾਡਾ, the following contract cannot be specifically enforced, a contract the performance of which involve the performance of continuous duty which the court cannot supervise, a contract the performance of which involve the performance of a continuous duty which the court can supervise be enforced ਕਰ ਸਕਦਾ ਹੈ court, a tort the discharge of which involve the performance of continuous obligation ਇਹ ਵੀ ਕਰ ਸਕਦੇ ਆ ਇਨਫੋਰਸ, ਆ ਕੰਟਰੈਕਟ ਫॉर ਨੋਨ ਪਰਫੋਰਮੈਂਸ ਆਫ ਵਿਚ ਕੰਪਨਸੇਸ਼ਨ ਨੋਟ ਐਡੀਕੇਟ ਰਿਲੀਫ ਕਿਉਂਕਿ ਇਹਦੇ ਵਿੱਚ ਵੀ ਜਿੱਥੇ ਐਡੀਕੇਟ ਰਿਲੀਫ ਨਹੀਂ ਹੈਗੀ ਉੱਥੇ ਵੀ ਦਿੱਤੀ ਜਾ ਸਕਦੀ ਕੰਟਰੈਕਟ ਦੇ ਵਿੱਚ। ਸੋ ਜੋ ਸਾਡਾ ਸਪੈਸੀਫਿਕਲੀ ਇਨਫੋਰਸ ਨਹੀਂ ਹੋ ਸਕਦਾ ਉਹ ਸਾਡਾ ਹੈ ਇਸ ਦੀ ਆਪਸ਼ਨ ਏ, ਜਿਹਨੂੰ ਅਸੀਂ ਸੁਪਰਵਾਈਜ਼ ਹੀ ਨਹੀਂ ਕਰ ਸਕਦੇ ਹੈਗੇ ਉਸ ਨੂੰ ਫਿਰ ਇਨਫੋਰਸ ਕਿੱਦਾਂ ਕਰਾਂਗੇ। ਨੈਕਸਟ ਹੈ 38, ਏ ਸੈਲਜ਼ ਅ TV to a minor who pays for it by means of check. A endorse that check to X. X takes it in good faith and for value. This check was dishonored on presentation. X can enforce payment of the check. ਸੋ ਸਭ ਤੋਂ ਪਹਿਲਾਂ ਸਾਨੂੰ ਇੱਥੇ ਫਸਟ ਚੀਜ਼ ਹੀ ਆ ਜੋ ਮਾਈਨਰ ਦੇ ਨਾਲ ਕੋਈ ਵੀ ਕੰਟਰੈਕਟ ਹੁੰਦਾ ਹੈ ਉਹ ਵੈਲਿਡ ਨਹੀਂ ਹੁੰਦਾ, ਵੋਇਡ ਹੁੰਦਾ ਹੈ। ਸੋ ਇੱਥੇ ਜੋ ਜਿਹੜਾ ਸਾਡਾ ਮਾਈਨਰ ਸੀਗਾ ਉਹਦੀ ਲਾਈਬਿਲਿਟੀ ਤਾਂ ਕੈਂਸਲ ਹੀ ਹੋ ਸਕਦੀ ਹੈ। ਸੋ ਅਗੇਂਸਟ ਮਾਈਨਰ ਤਾਂ ਹੋ ਹੀ ਨਹੀਂ ਸਕਦਾ ਹੈਗਾ, ਅਗੇਂਸਟ ਮਾਈਨਰ ਐਂਡ ਏ। ਸੋ ਮਾਈਨਰ ਦੇ ਅਗੇਂਸਟ ਨਹੀਂ ਹੋ ਸਕਦਾ ਅਤੇ ਏ ਦੇ ਅਗੇਂਸਟ ਹੋ ਸਕਦਾ ਹੈ। ਸੋ ਇਸ ਦੀ ਜਿਹੜੀ ਰਾਈਟ ਆਪਸ਼ਨ ਹੈ ਉਹ ਹੈ ਸੀ, ਜਿਹੜਾ ਐਕਸ ਆ ਉਹ ਸਿਰਫ ਅਤੇ ਸਿਰਫ ਏ ਦੇ ਅਗੇਂਸਟ ਇਸ ਨੂੰ ਇਨਫੋਰਸ ਕਰ ਸਕਦਾ ਹੈ। 39 ਹੈ, ਹੂ ਹੈਜ਼ ਦੀ ਅਥੋਰਿਟੀ ਟੂ ਪ੍ਰਸਕ੍ਰਾਈਬ ਕੁਆਲੀਫਿਕੇਸ਼ਨ ਐਂਡ ਡਿਸਕੁਆਲੀਫਿਕੇਸ਼ਨ ਫॉर ਦੀ ਮੈਂਬਰਸ਼ਿਪਸ ਆਫ ਆ ਬਾਰ ਕੌਂਸਲ। ਸੋ ਇਸ ਨੂੰ ਲੈ ਕੇ ਜੋ ਸਾਡੀ ਬਾਰ ਕੌਂਸਲ ਆਫ ਇੰਡੀਆ ਹੈ ਉਹੀ ਰੂਲ ਬਣਾ ਸਕਦੀ ਹੈ ਡਿਸਕੁਆਲੀਫਿਕੇਸ਼ਨ ਨੂੰ ਲੈ ਕੇ।
जो 14 है साडा क्वेश्चन, इंडियन काउंसिल ऑफ लीगल एड एंड एडवाइस वर्सस BCI केस डील विद द इशू ऑफ। जो ये साडा केस सीगा वो डील करता पिया सीगा साडी जिहड़ी मिनीमम एज आ उस चीज़ नूं इनरोलमेंट की उस चीज़ नूं लैके ये डील करता पिया सीगा। जो इसदी राइट आंसर है वो है डी। सो ये जो BCI ये बार लगा रही सी जे तुहाडी एज आ 45 अबव हो सकती है तो तुसीं इनरोल नहीं कर सकते हैगे। नैक्सट 41 है, फॉर ट्रांसफर ऑफ रोल फ्रॉम वन स्टेट टू अनदर एंड एप्लीकेशन इज़ मेड टू दी। जेकर असीं अपना एनरोलमेंट ट्रांसफर करनी है तो सानूं इस दे लई बार काउंसिल ऑफ इंडिया नूं एप्लीकेशन मेड करनी पवेगी। विच ऑफ द फॉलोइंग कमेटी कैन नॉट बी कंस्टीट्यूट बाय द स्टेट बार काउंसिल, स्पैशल कमेटी, डिसिप्लिनरी कमेटी, लीगल एड कमेटी, लीगल एजुकेशन कमेटी। जो लीगल एजुकेशन कमेटी आ वो बार काउंसिल के द्वारा नहीं, स्टेट बार काउंसिल द्वारा वो की जाती कॉन्स्टीट्यूट। 43 इन विच ईयर वाई एन अमेंडमेंट ऑफ द कोड ऑफ सिविल प्रोसीजर सैक्शन 89 हैज़ बीन इनकलूडिड इन। जो इस नूं 2002 ਦੇ ਵਿੱਚ ਇਨਕਲੂਡ ਕੀਤਾ ਗਿਆ ਸੀਗਾ। नैक्सट है साडा 44, अंडर द आर्बिट्रेशन एंड कॉन्सिलेशन एक्ट एन आर्बिट्रेशन एग्रीमेंट मे बी इन द फॉर्म ऑफ एन आर्बिट्रेशन क्लॉज इन अ कॉन्ट्रैक्ट ओनली, बी है इन द फॉर्म ऑफ सैपरेट एग्रीमेंट ओनली, सी है एन आर्बिट्रेशन क्लॉज इन अ कॉन्ट्रैक्ट और इन द फॉर्म ऑफ सैपरेशन एग्रीमेंट। सो इसका राइट आंसर है सी, क्योंकि कॉन्ट्रैक्ट ਦੇ ਵਿੱਚ ਵੀ ਅਸੀਂ ਆਰਬਿਟ੍ਰੇਸ਼ਨ ਦੀ ਇੱਕ ਕਲੌਜ਼ ਪਾ ਸਕਦੇ ਹਾਂ ਜਾਂ ਆਰਬਿਟ੍ਰੇਸ਼ਨ ਦੇ ਲਈ ਅਸੀਂ ਅਲੱਗ ਤੋਂ ਇੱਕ ਕੰਟਰੈਕਟ ਸੈਪਰੇਟ ਐਗਰੀਮੈਂਟ ਬਣਾ ਸਕਦੇ ਹਾਂ। 45 ਹੈ, ਆ ਡਿਸੀਜਨ ਬਾਈ ਦੀ ਆਰਬਿਟਰਲ ਟ੍ਰਿਬਿਊਨਲ ਦੈਟ ਦੀ ਕੰਟਰੈਕਟ ਇਜ਼ ਨਲ ਐਂਡ ਵੋਇਡ ਸ਼ੈਲ। ਜੋ ਇਹ ਕਹਿੰਦੇ ਪਏ ਆ ਡਿਸੀਜਨ ਬਾਈ ਦੀ ਆਰਬਿਟਰਲ ਟ੍ਰਿਬਿਊਨਲ ਦੈਟ ਦੀ ਕੰਟਰੈਕਟ ਇਜ਼ ਨਲ ਐਂਡ ਵੋਇਡ entail ipso jure the invalidity of the arbitration clause। ਜੋ ਉਹਦੇ ਨਾਲ ਹੀ ਆਰਬਿਟ੍ਰੇਸ਼ਨ ਕਲੌਜ਼ ਆ ਉਹ ਸਾਡੀ ਜਿਹੜੀ ਹੈ ਇਨਵੈਲਿਡ ਹੋ ਜਾਂਦੀ ਹੈ। ਨੋਟ entail ipso jure the invalidity of the arbitration clause। ਸੋ ਇਸ ਦਾ ਰਾਈਟ ਆਂਸਰ ਹੈ ਬੀ, ਕਿਉਂਕਿ ਸਾਡਾ ਜੇ ਕੰਟਰੈਕਟ ਨਲ ਐਂਡ ਵੋਇਡ ਹੋ ਗਿਆ ਇਹਦਾ ਇਹ ਮਤਲਬ ਨਹੀਂ ਹੈਗਾ ਜਿਹੜੀ ਸਾਡੀ ਕਲੌਜ਼ ਆ ਆਰਬਿਟ੍ਰੇਸ਼ਨ ਵਾਲੀ ਉਹ ਵੀ ਵੋਇਡ ਹੋ ਜਾਵੇਗੀ। ਨੈਕਸਟ ਹੈ 46,